Hello दोस्तों, welcome to Siddhi Punjab. Today we are going to discuss all the important current affairs from 4th November to 6th November ਜਿਹੜੇ ਵੀ ਜ਼ਰੂਰੀ ਸਾਰੇ ਪੰਜਾਬ PCS ਨਾਲ ਰਿਲੇਟਡ ਕਰੰਟ ਅਫੇਅਰਸ ਆ ਉਹ ਅੱਜ ਆਪਾਂ ਕਵਰ ਕਰਾਂਗੇ। ਅੱਗੇ ਵਧਣ ਤੋਂ ਪਹਿਲਾਂ I would like to throw some light on the courses that we are already running। ਤੁਹਾਡੀ ਪੰਜਾਬ PCS ਦੀ preparation ਵਿੱਚ help ਕਰਨ ਲਈ full test series prelims ਦੇ ਲਈ ਚਲਾਈ ਹੋਈ ਆ ਅਸੀਂ। Do consider this test series, it will help you revise your syllabus, practice questions। ਠੀਕ ਹੈ ਜੀ, ਇੰਨੇ ਸਾਲ ਆਪਾਂ ਪੜ੍ਹਦੇ ਤਾਂ ਰਹਿੰਦੇ ਆ ਬਟ ਦਿਮਾਗ 'ਚ ਰਿਟੇਨ ਹੋਇਆ ਹੈ ਕੁਐਸਚਨਸ ਨੂੰ ਅਟੈਂਪਟ ਕਿਵੇਂ ਕਰਨਾ ਹੈ ਇਹ ਸਭ ਆਪਾਂ ਇੱਕ ਟੈਸਟ ਸੀਰੀਜ਼ ਦੇ ਥਰੂ ਹੀ ਦੇਖ ਸਕਦੇ ਹਾਂ। ਸੋ ਦਿਸ ਇਜ਼ ਸਪੈਸੀਫਿਕਲੀ ਮੈਂਟ ਫॉर ਪੰਜਾਬ PCS, ਸੋ ਡੂ ਜੁਆਇਨ ਦਿਸ ਟੈਸਟ ਸੀਰੀਜ਼। ਉਸ ਤੋਂ ਬਾਅਦ ਮੈਂਟਰਸ਼ਿਪ ਪ੍ਰੋਗਰਾਮ ਵੀ ਸਾਡਾ ਜਿਹੜਾ ਹੈ ਚੱਲ ਰਿਹਾ ਹੈ ਜਿਹਦੇ ਵਿੱਚ we have discussed everything about the preparation, how you can make notes, how you can read each and every subject, especially ਜੋ ਲੋਕ self study ਵਿੱਚ involved ਨੇ ਉਹਨਾਂ ਲਈ ਇਹ ਕਾਫੀ ਅੱਛਾ ਰਹੇਗਾ, right? For other people also who are not able to get the result repeatedly, who are failing the exam again and again, reasons ਹੋ ਸਕਦੇ ਆ ਕਿ ਸਾਡੀ preparation ਸਹੀ ਤਰੀਕੇ ਨਾਲ ਅਸੀਂ ਨਹੀਂ ਕਰ ਰਹੇ ਹਾਂ। ਸੋ ਉਹੀ ਤਰੀਕੇ ਇਸ ਵਿੱਚ ਦਿਖਾਏ ਜਾਣਗੇ ਕਰਨਾ ਕੈਸੇ ਹੈ to crack the examination, what we have to do from the basic is being discussed in this course, so do consider this course। and current affairs ਦੇ ਬਹੁਤ ਸਾਰੇ packages and magazines monthly basis ਤੇ ਵੀ website ਤੇ ਤੁਹਾਨੂੰ ਮਿਲ ਜਾਣਗੀਆਂ। just go on www.siddhipunjab.com, siddhipunjab.com ਤੇ ਜਾਓਗੇ, ਇਹਦੇ ਵਿੱਚ courses section ਵਿੱਚ ਜਾਓਗੇ, you will be able to see all these courses। test series ਦੀ heading ਦੇ ਨੀਚੇ, mentorship program ਦੀ heading ਦੇ ਨੀਚੇ, ਕਰੰਟ ਅਫੇਅਰਸ ਦੀ ਹੈਡਿੰਗ ਦੇ ਨੀਚੇ ਤੁਹਾਨੂੰ ਮੰਥਲੀ ਕਰੰਟ ਅਫੇਅਰ ਮੈਗਜ਼ੀਨਸ ਮਿਲ ਜਾਣਗੀਆਂ। ਐਂਡ ਕੋਰਸਿਸ ਦੇ ਵਿੱਚ ਅਗਰ ਤੁਸੀਂ ਪੈਕੇजेस ਸਿਲੈਕਟ ਕਰਦੇ ਹੋ ਯੂ ਵਿਲ ਗੈਟ ਦੀ ਮੰਥਲੀ ਮੈਗਜ਼ੀਨਸ ਦਾ ਕੰਬਾਈਨਡ ਪੈਕੇਜ ਔਨ ਅ ਡਿਸਕਾਊਂਟਡ ਪ੍ਰਾਈਸ, right? So this is what you can avail on our website। now let's see today's topics। ਇਹ ਤਿੰਨ ਇੰਪੋਰਟੈਂਟ ਟੌਪਿਕਸ ਅੱਜ ਆਪਾਂ ਡਿਸਕਸ ਕਰਨ ਵਾਲੇ ਹਾਂ। ਹਾਊ ਜੀਓਲੋਜੀ ਗਿਵਸ ਰਾਈਜ਼ ਰਿਪੀਟਡਲੀ ਟੂ ਮੌਨਸਟਰ ਅਰਥਕੁਏਕਸ ਇਨ ਨੇਪਾਲ। ਨੇਪਾਲ 'ਚ ਫਿਰ ਤੋਂ ਇੱਕ dangerous earthquake ਦੇਖਿਆ ਗਿਆ ਹੈ। so what is the reason that Nepal repeatedly witnesses such earthquakes, ਹੈ ਨਾ? ਥੋੜੀ ਦੇਰ ਬਾਅਦ ਨੇਪਾਲ ਵਿੱਚ earthquakes ਆਉਂਦੇ ਹੀ ਰਹਿੰਦੇ ਆ ਜਿਹੜੇ ਕਿ ਕਾਫੀ ਡਿਸਟਰਕਟਿਵ ਹੁੰਦੇ ਆ। ਇਹਦਾ ਰੀਜ਼ਨ ਕੀ ਹੈ? ਇਹ ਈਜ਼ੀਲੀ ਕੁਐਸਚਨ ਬਣ ਸਕਦਾ ਹੈ, ਸੋ ਇਹਨੂੰ ਆਪਾਂ ਡਿਸਕਸ ਕਰ ਲਵਾਂਗੇ। ਨੈਕਸਟ ਹੈਗਾ ਹੈ with 15K winged visitors 850 ਏਕੜ ਕੇਸ਼ਵਪੁਰ ਵੈਟਲੈਂਡ springs to life, ਰਾਈਟ? ਪੰਜਾਬ ਦੀ ਬਹੁਤ ਇੰਪੋਰਟੈਂਟ ਵੈਟਲੈਂਡ ਹੈ ਕੇਸ਼ਵਪੁਰ ਵੈਟਲੈਂਡ। ਤਾਂ ਇਹਦੇ ਤੇ ਜਨਰਲ ਨਿਊਜ਼ ਆਈ ਹੈ ਬਟ ਵੀ ਵਿਲ ਡਿਸਕਸ ਦੀ ਡਿਟੇਲਸ ਆਫ ਦਿਸ ਵੈਟਲੈਂਡ ਸੋ ਦੈਟ ਕੋਈ ਕੁਐਸਚਨ ਆ ਜਾਏ ਪੰਜਾਬ PCS ਦੇ ਪ੍ਰੀਲਿਮਸ ਜਾਂ ਮੇਨਸ 'ਚ ਆਪਾਂ ਸੋਲਵ ਕਰ ਪਾਈਏ। then lastly 50,000 crore FDI in food processing sector in past 9 years, PM Modi, right? We will see this news also in detail, right? ਅੱਗੇ ਵਧਣ ਤੋਂ ਪਹਿਲਾਂ ਪਲੀਜ਼ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਸਾਡਾ ਚੈਨਲ ਸੋ ਦੈਟ ਚੈਨਲ ਨੂੰ ਹੋਰ ਵਧਾਵਾ ਮਿਲੇ, ਅਸੀਂ ਹੋਰ ਕੁਆਲਿਟੀ ਕੰਟੈਂਟ ਪ੍ਰੋਗਰਾਮਸ ਕੋਰਸਿਸ ਤੁਹਾਡੇ ਸਾਹਮਣੇ ਲਿਆ ਸਕੀਏ। ਸੋ ਪਲੀਜ਼ ਸਪੋਰਟ ਦੀ ਚੈਨਲ, ਰਾਈਟ? ਜਿਵੇਂ ਅਸੀਂ ਤੁਹਾਡੀ ਪ੍ਰੈਪਰੇਸ਼ਨ ਵਿੱਚ ਸਪੋਰਟ ਕਰ ਰਹੇ ਹਾਂ ਤੁਸੀਂ ਸਾਡੇ ਚੈਨਲ ਨੂੰ ਵਧਾਉਣ ਵਿੱਚ ਸਪੋਰਟ ਕਰੋ। ਇਟ ਇਜ਼ ਅ ਮਿਊਚੁਅਲ ਰਿਲੇਸ਼ਨਸ਼ਿਪ that is going to benefit us both, right? Let's start with the first topic, how geology gives rise repeatedly to monster earthquakes in Nepal, right? ਜਿਨ੍ਹਾਂ ਨੇ ਦੇਖੋ ਹੁਣ ਬੇਸਿਕ ਜੀਓਗ੍ਰਾਫੀ ਪੜ੍ਹੀ ਹੋਈ ਹੈ they will know this concept very easily, but ਜਿਨ੍ਹਾਂ ਨੇ ਹਜੇ ਬੇਸਿਕਸ ਬਿਲਡ ਅਪ ਕਰਨੇ ਹੈ ਉਹਨਾਂ ਲਈ ਬਰੀਫਲੀ I will discuss here। ਬਾਕੀ ਤੁਸੀਂ ਸਾਰਾ NCERT 'ਚ ਜਾ ਕੇ ਪੜ੍ਹਿਓ, ਬਹੁਤ ਹੀ ਈਜ਼ੀ ਕਨਸੈਪਟਸ ਨੇ, ਰਾਈਟ? ਹੁਣ ਆਪਣੀ ਦੇਖੋ ਅਗਰ ਤੁਸੀਂ ਪੂਰੀ ਅਰਥ ਦੇਖੋ ਉਹ ਡਿਫਰੈਂਟ ਪਲੇਟਸ ਦੇ ਵਿੱਚ ਡਿਵਾਈਡਡ ਹੈ, ਰਾਈਟ? ਇਹਨਾਂ ਨੂੰ ਆਪਾਂ ਲਿਥੋਸਫੇਰਿਕ ਪਲੇਟਸ ਵੀ ਕਹਿ ਦਿੰਦੇ ਆ, ਰਾਈਟ? ਟੈਕਟੋਨਿਕ ਪਲੇਟਸ ਵੀ ਕਹਿ ਦਿੰਦੇ ਆ। ਜਿਹੜੀਆਂ ਇਹ ਪਲੇਟਸ ਹੈ ਇਹ ਕੰਟੀਨਿਊਸਲੀ ਮੂਵ ਕਰ ਰਹੀਆਂ ਹੈ, right? ਕੋਈ ਕਿਸੇ direction ਵਿੱਚ, ਕੋਈ ਕਿਸੇ direction ਵਿੱਚ, right? Now these plates, they are not stable, they are moving in different direction, moving apart from each other, moving towards each other, ठीक है? So when these plates are moving in different directions, that is when they come into collision with each other, right? And is collision ਦੀ ਵਜ੍ਹਾ ਤੋਂ ਹੀ we have seen the coming up of Himalayas, because Indian plate जो है that is continuously that collided with the Eurasian plate from the north and that gave rise to these Himalayan structures। and today also these plates are coming closer to each other, they have not stopped coming close to each other, and that is why ਜਦੋਂ ਇਹ ਇੱਕ ਦੂਸਰੇ ਦੇ ਨੇੜੇ ਆਉਂਦੀਆਂ ਹੈ there is continuous collision that is going on because of that friction that is there in these two plates, ਤੁਸੀਂ ਕਹਿ ਸਕਦੇ ਹੋ। that is why these continuous earthquakes are being witnessed in Nepal।
राइट। सो यही पूरी थ्योरी है जो इत्थे लिखी हुई है। द कंक्लूजन कंटिन्यूज टुडे, इंडियन प्लेट इज स्लाइडिंग beneath the यूरेशियन प्लेट, राइट। So the motion of these plates, the extreme strain that occurs sometimes बहुत ਜ਼ਿਆਦਾ ਇਸ ਚ friction ਜਾਂ strain ਜਿਹੜਾ develop ਹੋ ਜਾਂਦਾ ਹੈ ਜਿਹਦੀ ਵਜ੍ਹਾ ਤੋਂ rupture ਪੈਦਾ ਹੁੰਦਾ ਹੈ, which we also call as the which gives rise to earthquakes like events। ਠੀਕ ਹੈ। ਸੋ ਇਸੇ ਲਈ that is why ਨੇਪਾਲ ਜਿਹੜਾ ਹੈ ਇੰਨਾ vulnerable ਹੈ ਤੁਸੀਂ ਕਹਿ ਸਕਦੇ ਹੋ, because it's located exactly at the position ਜਿੱਥੇ ਦੋ lithospheric plates ਜਿਹੜੀਆਂ ਹੈ continuously tussle ਵਿੱਚ ਹੈ, friction ਵਿੱਚ ਹੈ, and they are in collision with each other, right? That is why Nepal witnesses such high number of earthquakes, right? I hope a theory clear है। please make these diagrams in your answers। ਇਹ ਤੁਹਾਨੂੰ ਮਾਰਕਸ ਮਾਰਕਸ ਹੋਰ ਦਿਲਾਏਗਾ। ਐਂਡ ਰਾਈਟ ਦ ਇੰਟਾਇਰ ਥਿਊਰੀ ਪ੍ਰੋਪਰਲੀ। ਕੌਂਟੀਨੈਂਟਲ ਡ੍ਰਿਫਟ ਥਿਊਰੀ ਹੈ ਨਾ, ਪਲੇਟਸ ਦਾ ਕਨਸੈਪਟ, ਇਹ ਸਭ ਉੱਥੇ ਐਕਸਪਲੇਨ ਕਰਕੇ ਆਣਾ ਹੈ, ਰਾਈਟ। ਨਾਓ ਇਸ ਤੋਂ ਬਾਅਦ ਕਿਆ ਹੈ, this is the natural cause why Nepal experiences such high intensity earthquakes। ਇਸ ਤੋਂ ਬਾਅਦ earthquakes ਦੇ impact ਨੂੰ ਹੋਰ ਕਿਆ ਚੀਜ਼ ਵਧਾ ਦਿੰਦੀ ਹੈ, low level of earthquake preparedness in Nepal। ਠੀਕ ਹੈ। ਇਹਨਾਂ ਦੇ ਦੇਖੋ earthquake repeatedly ਆਉਂਦੇ ਹੈ, ਬਟ ਨੇਪਾਲ ਗਵਰਨਮੈਂਟ ਨੇ ਇਹ ਜਿਹਾ ਕੁਝ ਕੀਤਾ ਨਹੀਂ ਹੈ ਕਿ ਇਹ ਇਨਸ਼ੋਰ ਕਰ ਸਕਣ ਕਿ earthquake ਆਵੇ ਤਾਂ ਉਹਦਾ ਇੰਪੈਕਟ ਲੋਕਾਂ ਤੇ ਜਾਂ ਇਹਨਾਂ ਦੇ ਇਨਫਰਾਸਟ੍ਰਕਚਰ ਤੇ ਨਾ ਹੋਵੇ। ਸੋ देयर preparedness, their disaster response is not very well। that is why ਜਿਹੜਾ ਇੰਪੈਕਟ ਹੈ ਉਹ ਹੋਰ ਵੀ ਜ਼ਿਆਦਾ ਹੁੰਦਾ ਹੈ। ਕੱਚੀ ਬਿਲਡਿੰਗਸ ਹੈ, ਲੋਕਾਂ 'ਚ ਅਵੇਅਰਨੈਸ ਨਹੀਂ ਹੈ, ਜਿਹਦੇ ਕਰਕੇ ਡਿਸਟਰਕਸ਼ਨ ਜ਼ਿਆਦਾ ਹੁੰਦੀ ਹੈ, ਡੈਥ ਜ਼ਿਆਦਾ ਹੁੰਦੀ ਹੈ, ਐਂਡ ਅਪਰੋਰ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ। ਅਦਰਵਾਈਜ਼ ਅਰਥਕੁਏਕਸ ਬਹੁਤ ਜਗ੍ਹਾਵਾਂ ਤੇ ਆਉਂਦੇ ਆ, ਜਿਵੇਂ ਹੁਣ ਇੰਡੀਆ ਦੇਖੋ, ਇੰਡੀਆ ਇਜ਼ ਹਾਈਲੀ ਪ੍ਰੋਨ ਟੂ ਸਾਈਕਲੋਨਸ, ਬਟ ਉਹਦੇ ਲਈ ਇੰਡੀਆ ਨੇ ਇੰਨੀ ਜ਼ਿਆਦਾ ਤਿਆਰੀ ਕੀਤੀ ਹੋਈ ਹੈ ਕਿ ਹੁਣ ਇੰਪੈਕਟ ਜਿਹੜਾ ਹੈ ਸਾਈਕਲੋਨ ਜਦ ਆਉਂਦਾ ਵੀ ਹੈ, then it does not impact hugely। ਲੋਕ ਸੇਫ ਰਹਿੰਦੇ ਹੈ, we take them to the ਸੇਫ ਪਲੇਸਿਸ, अर्ਲੀ ਵਾਰਨਿੰਗ ਸਿਸਟਮਸ ਹੈ, ਸਾਡੀ ਐਡਮਿਨਿਸਟ੍ਰੇਸ਼ਨ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਬਹੁਤ ਐਕਟਿਵ ਹੋ ਜਾਂਦੀ ਹੈ, ਕਮਿਊਨਿਟੀ ਕਿਚਨਸ ਚੱਲਦੇ ਹੈ, ਰਾਈਟ। ਸੋ ਵੀ ਹੈਵ prepared for the disaster, right? So easily, oh, that is also lacking in Nepal। that becomes the second reason for increased impact of the disaster, right? Third, ठीक है, थर्ड देखो, यूनाइटेड नेशन डेवलपमेंट प्रोग्राम भी ये कह रहा है कि नेपाल इज रैंक्ड 11th ऑन द लिस्ट ऑफ मोस्ट वल्नरेबल कंट्रीज टू अर्थक्वेक्स। ठीक है, अर्थक्वेक तो काफी वल्नरेबल है नेपाल। यूएनडीपी इज रैंकिंग इट एट 11th पोजीशन, right? And Nepal, the capital Kathmandu, or the top cities है to prone to earthquakes। ठीक है। So all these points you can write in your answers। इन लिख के रखो, अच्छा क्वेश्चन है, can be asked in the examination, राइट। नैक्सट करते हैं 15 के विंग्ड विजिटर्स इन केशपुर वेटलैंड। केशपुर वेटलैंड च काफी अच्छा बर्ड इनफ्लो हो रहा है, तुसी कह सकते हो, बिकॉज इट इज अ हेल्दी वेटलैंड, ਤਾਂ ਬਰਡਸ ਆਣਗੇ। ਇਹੀ ਅਗਰ ਤੁਸੀਂ ਦੇਖੋ ਪੋਲਿਊਟਡ ਹੋ ਜਾਏ ਇਹ ਵੈਟਲੈਂਡ, then the intensity, the coming in of the avian creatures will decrease, right? So ਹੁਣ ਆਪਣੇ ਲਈ ਇੰਪੋਰਟੈਂਟ ਬਣ ਜਾਂਦਾ ਹੈ ਟੂ ਅੰਡਰਸਟੈਂਡ ਕਿ ਇਹ ਵੈਟਲੈਂਡ ਦੀ ਬੇਸਿਕ ਡਿਟੇਲਸ ਕਿਆ ਹੈ। ਆਪਾਂ ਨੂੰ ਪੰਜਾਬ ਪੀਸੀਐਸ ਦੇ ਪ੍ਰੀਲਿਮਸ ਚ ਪੁੱਛਿਆ ਜਾ ਸਕਦਾ ਹੈ ਜਾਂ ਮੇਨਸ ਵਿੱਚ ਕੈਨ ਆਲਸੋ ਬੀ ਆਸਕਡ, राइट। सो लेट्स सी फर्स्ट द बेसिक डिटेल्स। केशवपुर वेटलैंड देखो, अगर तुसी देखो तो एशिया दी वन ऑफ द बिगेस्ट बर्ड सेंचुरी है, राइट। एडे इन्ने ज्यादा बर्ड्स होर किते भी नहीं होंगे जिन्ने ਇਹਦੇ ਵਿੱਚ ਪਾਏ ਜਾਂਦੇ ਨੇ, राइट। फ्रैश वाटर इकोसिस्टम है, ये डिटेल्स याद रखो, इन्ना ते ही कई बार क्वेश्चन बन जाता है। फ्रैश वाटर इकोसिस्टम है, गुरदासपुर डिस्ट्रिक्ट, पंजाब दे गुरदासपुर डिस्ट्रिक्ट दे विच पाया जाता है। नाउ यू विल टेल मी इन द कमेंट सेक्शन कि गुरदासपुर डिस्ट्रिक्ट पंजाब दे केड़े रीजन विच आंदा है। पंजाब दे 3 रीजनस है ब्रॉड, मालवा, माझा, दोआबा। सो गुरदासपुर केड़े रीजन विच आंदा है, यू विल टेल मी इन द कमेंट सेक्शन, राइट। ਜਿਹੜੀ ਇਹ ਵੈਟਲੈਂਡ ਹੈ ਰਾਵੀ ਤੇ ਬਿਆਸ ਰਿਵਰ ਦੇ ਵਿਚਾਲੇ ਲੋਕੇਟਡ ਹੈ। ये याद रखना है। अगेन क्वेश्चन कैन बी आस्क्ड कि केड़ी रिवर्स ਇਹਦੇ ਆਸ-ਪਾਸ ਹੈ, ਸਰਾਊਂਡਡ ਹੈ। ਠੀਕ ਹੈ ਜੀ। ਤੇ ਇਹ ਫਰਸਟ ਐਵਰ ਕਮਿਊਨਿਟੀ ਰਿਜ਼ਰਵ ਹੈ ਇੰਡੀਆ ਦਾ, ਜਿਹੜਾ ਕਿ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਦੇ ਅੰਡਰ ਰਿਕਗਨਾਈਜ਼ ਕੀਤਾ ਗਿਆ ਹੈ, ਰਾਈਟ। ਫਰਸਟ ਐਵਰ ਕਮਿਊਨਿਟੀ ਰਿਜ਼ਰਵ। ਕਮਿਊਨਿਟੀ ਰਿਜ਼ਰਵ ਦਾ ਕੀ ਮਤਲਬ ਹੁੰਦਾ ਹੈ, ਜਿਹੜੀ ਕਮਿਊਨਿਟੀ ਉਸ ਏਰੀਆ ਦੇ ਵਿੱਚ ਰਹਿ ਰਹੀ ਹੁੰਦੀ ਹੈ, ਉਹਦੇ ਆਸ-ਪਾਸ ਰਹਿ ਰਹੀ ਹੁੰਦੀ ਹੈ, ਦੇ ਟੇਕ ਦੀ ਰਿਸਪੌਂਸਿਬਿਲਿਟੀ ਆਫ ਪ੍ਰੋਟੈਕਟਿੰਗ ਔਰ ਟੇਕਿੰਗ केयर ऑफ दैट एरिया। ठीक है। सो जिवें चंडीगढ़ च अगर जो लोग रहते हैं, सिसवान डैम एरिया बहुत फेमस है, दैट इज ऑल्सो अ कम्युनिटी रिजर्व। ठीक है। आजकल सिसवान डैम ते बहुत लोग जा रहे हैं, इसीलिए दैट इज ऑल्सो अ कम्युनिटी रिजर्व।
ठीक है। बट केशवपुर मैनी जो है ਉਹ ਫਰਸਟ ਕਮਿਊਨਿਟੀ ਰਿਜ਼ਰਵ ਸੀ ਜੋ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਦੇ ਅੰਡਰ ਰਿਕਗਨਾਈਜ਼ ਕੀਤਾ ਗਿਆ ਸੀ, ਰਾਈਟ। ਇਸੇ ਲਈ ਹੁਣ ਇੱਥੇ ਦੇਖੋ ਕਿ ਫੋਰੈਸਟ ਡਿਪਾਰਟਮੈਂਟ ਪਲੱਸ ਕਮਿਊਨਿਟੀ ਰਿਜ਼ਰਵ ਦੇ ਜਿਹੜੇ ਕਮਿਊਨਿਟੀ ਦੇ ਲੋਕ ਹੈ ਉਹ ਮਿਲ ਕੇ ਇੱਥੇ ਮੈਨੇਜ ਕਰਦੇ ਨੇ ਇਸ ਵੈਟਲੈਂਡ ਨੂੰ। ਕਮਿਊਨਿਟੀ ਰਿਜ਼ਰਵ ਮੈਨੇਜਮੈਂਟ ਕਮੇਟੀ ਵੀ ਕਹਿੰਦੇ ਨੇ, ਜਿਹੜੀ ਕਿ ਬਣਾਈ ਗਈ ਹੈ ਅੰਡਰ ਦੀ ਪ੍ਰੋਵੀਜ਼ਨਸ ਆਫ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ, ਰਾਈਟ। ਸੋ ਜੁਆਇੰਟ ਮੈਨੇਜਮੈਂਟ ਚੱਲਦੀ ਹੈ, ਫੋਰੈਸਟ ਡਿਪਾਰਟਮੈਂਟ ਤੇ ਕਮਿਊਨਿਟੀ ਪੀਪਲ ਆਫ 5 ਵਿਲੇजेस ਮਿਲ ਕੇ ਇਹਨੂੰ ਮੈਨੇਜ ਕਰਦੇ ਹੈ। 5 ਵਿਲੇजेस ਤੁਸੀਂ ਯਾਦ ਕਰ ਸਕਦੇ ਹੋ, ਕਈ ਵਾਰ ਕੁਐਸਚਨ ਆ ਵੀ ਸਕਦਾ ਹੈ ਕਿ ਇਹ ਵੈਟਲੈਂਡ ਜਿਹੜੀ ਹੈ ਕਿਹੜੇ ਕਿਹੜੇ ਏਰੀਆ ਤੱਕ ਸਪਰੈਡ ਹੈ। ਸੋ ਕੇਸ਼ਵਪੁਰ ਫਰਸਟ ਵਿਲੇਜ ਹੈ, ਦੂਸਰਾ ਮੈਨੀ, ਠੀਕ ਹੈ, ਥਰਡ ਮੱਤਮ, 4 ਮੱਗਰ ਤੇ 5 ਮੁੱਦੀਆਂ ਤੇ ਦੱਲਾ, ਰਾਈਟ। ਕੇਸ਼ਵਪੁਰ ਮੈਨੀ ਆਈ ਥਿੰਕ ਇਕੱਠੇ ਹੀ ਆਪਾਂ ਨੂੰ ਕੰਸੀਡਰ ਕਰ ਸਕਦੇ ਹਾਂ। ਦੈਨ ਦੱਲਾ 5 ਵਿਲੇजेस ਦੇ ਅਰਾਊਂਡ ਇਹ ਜਿਹੜੀ ਹੈ ਲੋਕੇਟਡ ਹੈ, ਠੀਕ ਹੈ। ਯਾਦ ਰੱਖਣੇ ਆ ਏਰੀਆਜ਼ ਜਸਟ, ਰਾਈਟ। ਉਸ ਤੋਂ ਬਾਅਦ ਕਾਫੀ ਸਾਰੇ ਥ੍ਰੈਟਨਡ ਸਪੀਸੀਜ਼ ਵੀ ਇਸ ਵਾਈਲਡ ਵੈਟਲੈਂਡ ਦੇ ਵਿੱਚ ਰਹਿੰਦੇ ਨੇ, ਜਿਵੇਂ ਕਿ ਵਲਨਰੇਬਲ ਕਾਮਨ ਪੋਚਾਰਡ ਰਹਿੰਦਾ ਹੈ, ਐਂਡੇਂਜਰਡ ਸਪੋਟਡ ਪੌਂਡ ਟਰਟਲ ਇੱਥੇ ਰਹਿੰਦਾ ਹੈ, ਰਾਈਟ। ਸੋ ਇਸ ਤਰੀਕੇ ਦੇ ਬਰਡਸ ਇੱਥੇ ਪਾਏ ਜਾਂਦੇ ਨੇ। ਰੀਸੈਂਟਲੀ ਇਹਨੂੰ ਰਾਮਸਰ ਵੈਟਲੈਂਡ ਸਾਈਟ ਦੀ ਲਿਸਟ ਵਿੱਚ ਵੀ ਐਡ ਕਰ ਦਿੱਤਾ ਗਿਆ ਸੀ, ਰਾਈਟ। ਸੈਕਿੰਡ ਕੁਐਸਚਨ ਤੁਹਾਡੇ ਲਈ ਇਹ ਹੈ, ਤੁਸੀਂ ਸਾਰੀਆਂ ਕਿੰਨੀ ਹਾਊ ਮੈਨੀ ਪੰਜਾਬ ਤੋਂ ਰਾਮਸਰ ਵੈਟਲੈਂਡ ਸਾਈਟਸ ਹੈ ਉਹ ਲਿਖੋਗੇ, ਉਹਨਾਂ ਦੇ ਨੇਮਸ ਵੀ ਲਿਖੋਗੇ ਕਮੈਂਟ ਸੈਕਸ਼ਨ ਵਿੱਚ, ਰਾਈਟ। ਥੀਸ ਆਰ ਵੈਰੀ ਇੰਪੋਰਟੈਂਟ ਕੁਐਸਚਨਸ, ਪਲੀਜ਼ ਮੇਕ ਸ਼ੋਰ ਕਿ ਤੁਹਾਨੂੰ ਇਹ ਆਉਂਦੇ ਨੇ। ਡੂ ਰਾਈਟ ਇਟ ਇਨ ਦ ਕਮੈਂਟ ਸੈਕਸ਼ਨ। ਹਾਊ ਮੈਨੀ ਰਾਮਸਰ ਵੈਟਲੈਂਡ ਸਾਈਟਸ ਇਨ ਟੋਟਲ ਆਰ ਦੇਅਰ ਫਰੋਮ ਪੰਜਾਬ, ਠੀਕ ਹੈ, ਐਂਡ ਉਹਨਾਂ ਦੇ ਨਾਮ ਕਿਆ ਹੈ, ਐਂਡ ਉਸ ਤੋਂ ਬਾਅਦ ਗੁਰਦਾਸਪੁਰ ਪੰਜਾਬ ਦੇ ਕਿਸ ਰੀਜਨ ਵਿੱਚ ਫਾਲ ਕਰਦਾ ਹੈ, ਰਾਈਟ। ਲੈਟਸ ਸੀ ਦ ਲਾਸਟ ਟੌਪਿਕ। ਸੋ ਦੇਖੋ ਵਰਲਡ ਫੂਡ ਇਵੈਂਟ ਕਰਕੇ ਦਿੱਲੀ ਵਿੱਚ ਇੱਕ ਇੰਪੋਰਟੈਂਟ ਫੂਡ ਇੰਡਸਟਰੀ ਦਾ ਇਵੈਂਟ ਚੱਲ ਰਿਹਾ ਹੈ। ਉੱਥੇ ਪ੍ਰਾਈਮ ਮਿਨਿਸਟਰ ਮੋਦੀ ਨੇ ਸਟੇਟਮੈਂਟ ਦਿੱਤੀ ਸੀ ਕਿ ਇੰਡੀਆ ਦਾ ਫੂਡ ਪ੍ਰੋਸੈਸਿੰਗ ਸੈਕਟਰ ਜਿਹੜਾ ਹੈ ਉਹ ਸਨਰਾਈਜ਼ ਇੰਡਸਟਰੀ ਹੈ, ਉਭਰਦੀ ਇੰਡਸਟਰੀ ਹੈ। ਕਹਿਣ ਦਾ ਮਤਲਬ ਹੈ ਇਸ 'ਚ ਬਹੁਤ ਸਾਰੀ ਇਨਵੈਸਟਮੈਂਟਸ, ਇੰਪਲੋਇਮੈਂਟ ਜਨਰੇਸ਼ਨ, ਡਿਵੈਲਪਮੈਂਟ ਜਿਹੜੀ ਹੈ ਹਜੇ ਪੋਸੀਬਲ ਹੈ, right? It has already attracted, he said, 50,000 crore in FDI in the past 9 years. ਪਿਛਲੇ 9 ਸਾਲਾਂ 'ਚ ਇੰਨਾ ਪੈਸਾ ਇਹ ਸੈਕਟਰ 'ਚ ਆਪਾਂ ਆਲਰੇਡੀ ਲਾ ਚੁੱਕੇ ਹਾਂ, ਜਿਹਦੇ ਕਰਕੇ ਸੈਕਟਰ ਦੀ ਗਰੋਥ ਬਹੁਤ ਹੋਈ ਹੈ, ਰਾਈਟ। ਅੱਗੇ ਜਾ ਕੇ ਵੀ ਹਜੇ ਬਹੁਤ ਸਕੋਪ ਹੈ, ਰਾਈਟ। ਅਗਰ ਤੁਸੀਂ ਫੂਡ ਦਾ ਐਕਸਪੋਰਟ, ਪ੍ਰੋਸੈਸਡ ਫੂਡ ਦਾ ਐਕਸਪੋਰਟ ਦੇਖੋ ਤਾਂ 150% ਇਨਕਰੀਜ਼ ਹੋਇਆ ਹੈ ਲਾਸਟ 9 ਇਅਰਸ 'ਚ, ਰਾਈਟ। ਸੋ 9 ਇਅਰਸ 'ਚ ਇਨਵੈਸਟਮੈਂਟ ਆਈ ਹੈ ਰੁਪੀਜ਼ 50,000 ਕਰੋੜ ਦੀ, ਐਂਡ ਐਕਸਪੋਰਟਸ ਇਨਕਰੀਜ਼ ਹੋਏ ਨੇ 150% ਤੇ, ਰਾਈਟ। ਸੋ ਇਹ ਯਾਦ ਰੱਖਣਾ ਹੈ, ਡਾਟਾ ਆਪਣੇ ਆਨਸਰਸ 'ਚ ਆਪਾਂ ਯੂਜ਼ ਕਰ ਸਕਦੇ ਹਾਂ। ਦੈਟ ਇਜ਼ ਵਾਈ ਆਈ ਹੈਵ ਇਨਕਲੂਡਡ ਇਟ ਇਨ ਦ ਡਿਸਕਸ਼ਨ। ਮੇਨਸ 'ਚ ਐਸਐਸ 'ਚ ਕਾਫੀ ਕੰਮ ਆਉਂਦਾ ਹੈ। ਫੂਡ ਪ੍ਰੋਸੈਸਿੰਗ ਇੰਡਸਟਰੀ ਕਾਫੀ ਇੰਪੋਰਟੈਂਟ ਸੈਕਟਰ ਹੈ ਆਪਣੇ ਲਈ। ਪੂਰੀ ਡਿਟੇਲ 'ਚ ਤੁਸੀਂ ਇਹ ਪ੍ਰਿਪੇਅਰ ਕਰਨਾ ਹੈ। ਵੈਨ I'll give you the compilation, ਸਾਨੂੰ ਇਹ ਨਵੰਬਰ ਦੀ compilation ਮਿਲੇਗੀ, ਉਸ 'ਚ ਮੈਂ ਸਾਰੀ ਡਿਟੇਲ ਇਹ ਟੌਪਿਕ ਦੀ ਪਾਉਂਗੀ, but on your behalf also you can cover it, right? So that is all for today's discussion. Now I am also starting this new series ਜਿਹਦੇ ਵਿੱਚ ਅਸੀਂ ਪੰਜਾਬ ਪੀਸੀਐਸ ਦੇ ਪ੍ਰੀਵੀਅਸ ਈਅਰ ਕੁਐਸਚਨਸ ਜਾਂ ਯੂਪੀਐਸਸੀ ਚੋਂ ਵੀ ਕੁਝ ਕੁਐਸਚਨਸ ਲੈ ਕੇ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਸਾਡੀ ਆਂਸਰ ਰਾਈਟਿੰਗ ਪ੍ਰੈਕਟਿਸ ਹੋ ਸਕੇ, ਜਿਹਦੀ ਬੱਚਿਆਂ ਨੂੰ ਕਾਫੀ ਇਸ਼ੂ ਰਹਿੰਦਾ ਹੈ, right? So this is the question for today. Describe the scramble of Africa by the colonial masters. What are the consequences? ठीक है जी, डिस्क्राइब द स्क्रैम्बल ऑफ अफ्रीका बाय द colonial masters. What are the consequences? पंजाब PCS ਦਾ ਲਾਸਟ ਈਅਰ ਦਾ ਕੁਐਸਚਨ ਹੈ, 200 words 15 marks 'ਚ ਤੁਸੀਂ ਲਿਖਣਾ ਹੈ। Try to write the answer to this question and you can directly message or send the answers to this number. I will try to check as many answers as possible. ਠੀਕ ਹੈ ਜੀ, ਤੇ ਫਿਰ ਸ਼ਾਮ ਨੂੰ ਹੀ ਆਪਾਂ ਇਹਦੀ ਡਿਸਕਸ਼ਨ ਕਰਾਂਗੇ 3 PM ਜਾਂ 3 PM ਦੇ ਅਰਾਊਂਡ, either in live discussion or through recorded I will post the answer to this question. ਠੀਕ ਹੈ, ਤਾਂ ਤੁਸੀਂ ਸਾਰੇ ਜੁਆਇਨ ਕਰ ਸਕਦੇ ਹੋ। ਜਿਹੜੇ ਲੋਕਾਂ ਨੇ ਸਾਡਾ ਟੈਲੀਗ੍ਰਾਮ ਚੈਨਲ ਨਹੀਂ ਜੁਆਇਨ ਕੀਤਾ, ਪਲੀਜ਼ ਜੁਆਇਨ ਦੀ ਟੈਲੀਗ੍ਰਾਮ ਚੈਨਲ, ਕਿਉਂਕਿ ਉੱਥੇ ਇਹਦੀ ਸਾਰੀ ਡਿਟੇਲ ਆ ਜਾਏਗੀ। I will post the link there ਜਦੋਂ ਡਿਸਕਸ਼ਨ ਸ਼ੁਰੂ ਹੋਏਗੀ, ਐਂਡ ਜਿਹੜੇ ਇਹਦੇ ਆਨਸਰਸ ਹੋਣਗੇ ਤੁਸੀਂ ਉਹਦੇ ਥਰੂ ਮੈਨੂੰ ਭੇਜ ਸਕਦੇ ਹੋ। ਇਹਦੀ ਅਪਡੇਟਸ ਜਿਹੜੀ ਹੈ, everything you will get there. So do join the telegram channel, those who are not present there, right? So try to write the answer to this and send it to me and we will discuss in the afternoon. Thank you so much for joining.